ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਲੈ ਕੇ ਮੈਂ ਕਵਿਤਾ ਸਿੰਘ ਹਾਜ਼ਰ ਤੇ ਨਾਲ ਹੀ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਕਈ ਸਾਲਾਂ ਤੋਂ ਜੀ ਇਸ ਮੰਚ ਦੇ ਉੱਤੇ ਹਾਜ਼ਰ ਹੁੰਦੇ ਰਹੇ ਨੇ ਤੇ ਨਾਲ ਹੀ ਇਸ ਇੰਡਸਟਰੀ ਦੇ ਵਿੱਚ ਇੱਕ ਚੰਗਾ ਮੁਕਾਮ ਹਾਸਲ ਕਰ ਚੁੱਕੇ ਨੇ। ਸੋ ਸਾਡੇ ਨਾਲ ਨੇ ਜੀ CICC ਮੈਂਬਰ ਡਾਕਟਰ ਰਵੀ ਗਰਗ, ਪਾਇਨੀਅਰ ਇਮੀਗ੍ਰੇਸ਼ਨ ਤੋਂ। ਹੈਲੋ ਜੀ, ਵੈਲਕਮ ਟੂ ਦਿਸ ਸ਼ੋ। ਕਵਿਤਾ ਜੀ, ਸ਼ੋਅ ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ। ਸੋ ਅਸੀਂ ਹਰ ਵਾਰੀ ਜ਼ਿਕਰ ਕੀਤਾ ਹੈ ਜੀ ਸਾਡੇ CICC ਮੈਂਬਰ ਡਾਕਟਰ ਰਵੀ ਗਰਗ ਦਾ ਤੇ CICC ਦੇ ਵੱਲੋਂ ਇੱਕ ਜਿਹੜੀ ਵੀਡੀਓ ਹੈਗੀ ਹੈ ਜੀ, ਤੁਹਾਨੂੰ ਪਤਾ ਲੱਗੇਗਾ ਕਿ ਆਫਟਰ ਆਲ CICC ਮੈਂਬਰ ਹੁੰਦੇ ਕੌਣ ਨੇ। ਸੋ ਇਹ ਮੈਂਬਰ ਜੀ ਜੋ ਕਿ ਕੈਨੇਡਾ ਗਵਰਨਮੈਂਟ ਤੇ ਕੈਨੇਡੀਅਨ ਐਮਬੈਸੀ ਦੇ ਵੱਲੋਂ ਮਨਜ਼ੂਰ ਸ਼ੁਦਾ ਤੁਹਾਡੇ ਵਾਸਤੇ ਜਿਹੜੇ ਇਮੀਗ੍ਰੇਸ਼ਨ ਅਥੋਰਾਈਜ਼ਡ ਪਰਸਨ ਹੁੰਦੇ ਨੇ, ਜੋ ਤੁਹਾਨੂੰ ਸਹੀ ਗਾਈਡ ਕਰਦੇ ਨੇ, ਤੁਹਾਨੂੰ ਦੱਸਦੇ ਨੇ ਵੀ ਹਾਂਜੀ ਕੀ ਲੇਟੈਸਟ ਅਪਡੇਸ਼ਨ ਹੈ, ਕੀ ਰੂਲਸ ਹੈਗੇ ਨੇ, ਕਿਸ ਅਕੋਰਡਿੰਗ ਤੁਸੀਂ ਆਪਣੀ ਫਾਈਲ ਲਗਾ ਸਕਦੇ ਹੋ। ਕੋਈ ਵੀ ਗਲਤ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਤੁਹਾਨੂੰ ਨਹੀਂ ਮਿਲੇਗੀ ਜਦੋਂ ਵੀ ਤੁਸੀਂ CICC ਮੈਂਬਰਸ ਦੇ ਆਫਿਸ ਦੇ ਵਿੱਚ ਵਿਜ਼ਿਟ ਕਰੋਗੇ। ਸੋ ਸਭ ਤੋਂ ਪਹਿਲਾਂ ਜੀ ਇੱਕ ਛੋਟੀ ਜਿਹੀ ਵੀਡੀਓ ਤੁਹਾਡੇ ਵਾਸਤੇ। ਤਾਇਆ ਸਤਿ ਸ਼੍ਰੀ ਅਕਾਲ। ਹੋਰ ਚਾਚਾ ਕੀ ਹਾਲ ਚਾਲ ਹੈ? ਕੀ ਗੱਲ ਚਾਚਾ, ਤੁਸੀਂ ਸਾਰੇ ਉਦਾਸ ਬੈਠੇ ਹੋ? ਕੀ ਦੱਸਾਂ, ਤਜਿੰਦਰ ਦਾ ਏਜੰਟ ਪੈਸੇ ਲੈ ਕੇ ਭੱਜ ਗਿਆ। ਪਰ ਤਜਿੰਦਰ ਤਾਂ ਪੜ੍ਹਿਆ ਲਿਖਿਆ ਮੁੰਡਾ, ਉਹ ਤੋਂ ਇਹ ਗਲਤੀ ਕਿੱਦਾਂ ਹੋ ਗਈ? ਸਾਨੂੰ ਕੀ ਪਤਾ ਪੁੱਤ, ਸਾਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ। ਉਹ ਵੀ ਤਾਂ ਕੱਲ ਦਾ ਕਿਸੇ ਨਾਲ ਗੱਲ ਨਹੀਂ ਕਰ ਰਿਹਾ। ਤੂੰ ਤਜਿੰਦਰ ਨਾਲ ਇੱਕ ਵਾਰੀ ਗੱਲ ਤਾਂ ਕਰਕੇ ਦੇਖ। ਕੋਈ ਨਾ ਚਾਚਾ, ਮੈਂ ਕਰਦਾ ਗੱਲ ਤਜਿੰਦਰ ਨਾਲ। ਠੀਕ ਹੈ ਪੁੱਤ। ਯਾਰ ਤੂੰ ਤੇ ਪੜ੍ਹਿਆ ਲਿਖਿਆ ਸੀ, ਤੂੰ ਕਿੱਦਾਂ ਫਸ ਗਿਆ? ਭਾਈ ਇੱਥੇ ਪੜ੍ਹੇ ਲਿਖੇ ਬੰਦੇ ਵੀ ਫਰਾਡ ਏਜੰਟਾਂ ਦੇ ਚੱਕਰਾਂ 'ਚ ਫਸ ਰਹੇ ਆ। ਮੈਨੂੰ ਕਹਿੰਦਾ ਸੀ ਤੇਰਾ ਵਰਕ ਪਰਮਿਟ ਆ ਗਿਆ, ਪੈਸੇ ਜਮ੍ਹਾਂ ਕਰਾ ਦਿਓ। ਸਭ ਝੂਠ, ਫੇਕ ਵੀਜ਼ਾ ਸੀ ਬਾਈ। ਬਾਪੂ ਨੇ ਪੈਲੀ ਵੇਚ ਕੇ ਪੈਸੇ ਦਿੱਤੇ ਸੀ ਤੇ ਮਾਂ ਨੇ ਇੰਨੀਆਂ ਆਸਾਂ ਰੱਖੀਆਂ ਕਿ ਮੇਰਾ ਪੁੱਤ ਬਾਹਰ ਜਾਊਗਾ, ਪਰ ਏਦਾਂ ਕੁਝ ਹੋ ਨਾ ਸਕਿਆ ਬਈ। ਯਾਰ ਤੈਨੂੰ ਇੱਕ ਗੱਲ ਪੁੱਛਾਂ, ਤੈਨੂੰ CICC ਦੇ ਐਪ ਬਾਰੇ ਨਹੀਂ ਸੀ ਪਤਾ? ਇਹ ਕਿਹੜੀ ਐਪ ਆ ਬਾਈ? ਬਾਈ CICC ਦਾ ਮਤਲਬ ਦਾ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ। ਇਸ ਐਪ ਦੀ ਮਦਦ ਨਾਲ ਤੁਸੀਂ ਆਪਣਾ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟਸ ਵੀ ਲੱਭ ਸਕਦੇ ਹੋ। ਇਸ ਦਾ ਮਤਲਬ RCIC ਤੇ RCIC ਨੂੰ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਲਾਇਸੈਂਸ ਦਿੱਤਾ ਗਿਆ, ਜਿਹੜਾ ਕਿ ਤੁਹਾਡੀ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵੇਗਾ। ਤੁਸੀਂ ਇਸ ਐਪ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਐਪ ਸਟੋਰ ਤੇ ਗੂਗਲ ਪਲੇ ਸਟੋਰ ਤੇ, ਜਿਸ ਨਾਲ ਤੁਹਾਨੂੰ ਕੈਨੇਡਾ ਇਮੀਗ੍ਰੇਸ਼ਨ ਦੀਆਂ ਸਾਰੀਆਂ ਨਵੀਆਂ ਜਾਣਕਾਰੀਆਂ ਵੀ ਮਿਲ ਜਾਣਗੀਆਂ ਤੇ ਤੁਸੀਂ ਆਪ ਤੇ ਆਪਣਿਆਂ ਨੂੰ ਠੱਗਬਾਜ਼ੀ ਤੋਂ ਬਚਾ ਸਕਦੇ ਹੋ। ਲੈ ਬਈ, ਜੇ ਇਸ ਐਪ ਬਾਰੇ ਮੈਨੂੰ ਪਹਿਲਾਂ ਹੀ ਪਤਾ ਹੁੰਦਾ, ਮੇਰੇ ਪੈਸੇ ਤੇ ਟਾਈਮ ਦੋਨੋਂ ਬਚ ਜਾਂਦੇ। ਹੁਣ ਤੇ ਮੈਂ ਇਹੀ ਕਹੂੰਗਾ CICC ਐਪ ਹੀ ਡਾਊਨਲੋਡ ਕੀਤੀ ਜਾਵੇ। ਸੋ ਫਿਲਹਾਲ CICC ਮੈਂਬਰ ਡਾਕਟਰ ਰਵੀ ਗਰਗ ਸਾਡੇ ਨਾਲ ਜੀ ਹਮੇਸ਼ਾ ਦੀ ਤਰ੍ਹਾਂ। ਤੇ ਸਰ ਅੱਜ ਕੈਨੇਡਾ ਸਟੱਡੀ ਵੀਜ਼ਾ ਦੇ ਉੱਤੇ ਮੈਂ ਥੋੜੀ ਜਿਹੀ ਇਨਫੋਰਮੇਸ਼ਨ ਜ਼ਿਆਦਾ ਲਵਾਂਗੀ, ਹਾਲਾਂਕਿ ਚਲੋ ਟਾਈਮ ਘੱਟ ਹੁੰਦਾ, ਬਟ ਕੋਸ਼ਿਸ਼ ਹੁੰਦੀ ਹੈ ਕਿ ਜਿੰਨੀ ਮੈਕਸਿਮਮ ਇਨਫੋਰਮੇਸ਼ਨ ਅਸੀਂ ਸਾਡੇ ਸਟੂਡੈਂਟਸ ਤੱਕ ਪਹੁੰਚਾ ਸਕੀਏ। 5.5 ਬੈਂਡ ਵਾਲੇ ਸਟੂਡੈਂਟਸ ਇਸ ਵਾਰੀ ਕੀ ਬਣੇਗਾ ਜੀ? ਇਸ ਤੋਂ ਇਲਾਵਾ ਅੱਛਾ ਮੁੱਦੇ ਬਹੁਤ ਜ਼ਿਆਦਾ ਹੈਗੇ ਨੇ। ਇੱਕ ਹੁਣ ਜਿਹੜਾ ਲੇਟੈਸਟ ਮੈਂ ਗੱਲ ਕਰਾਂ ਤਾਂ ਵੀਜ਼ਾਸ ਨਹੀਂ ਆ ਰਹੇ, ਕਿੰਨੀ ਕਿ ਸੱਚਾਈ ਹੈ। ਉਸ ਤੋਂ ਇਲਾਵਾ ਅਗਰ ਵੀਜ਼ਾ ਨਹੀਂ ਆਇਆ ਸਟੂਡੈਂਟਸ ਨੂੰ ਕੀ ਸੈਕਿੰਡ ਸਟੈਪ ਉਹਦਾ ਹੋਣਾ ਚਾਹੀਦਾ? ਫੀਸ ਵਿਡਰਾ ਕਰਵਾ ਲੈਣ, ਨਹੀਂ ਕਰਵਾਉਣੀ ਚਾਹੀਦੀ, ਨਾ ਤੇ ਨਾ ਦੁਬਾਰਾ ਰੀਅਪਲਾਈ ਕਰ ਲੈਣਾ ਚਾਹੀਦਾ। ਇਸ ਤੋਂ ਇਲਾਵਾ ਜੀ ਜਿੱਦਾਂ ਹੁਣ ਤੁਹਾਡੇ ਸੈਮੀਨਾਰਸ ਵੀ ਆ ਰਹੇ ਨੇ, ਲੱਗਦਾ ਕਿ ਹਾਂ ਸਟੂਡੈਂਟਸ ਨੂੰ ਉੱਥੇ ਵੀ ਕੁਝ ਫਾਇਦਾ ਮਿਲੇਗਾ। ਇਸ ਵਾਰੀ ਕੈਨੇਡਾ ਅਪਲਾਈ ਕਰਨਾ ਚਾਹੀਦਾ ਜਾਂ ਫਿਰ ਨਹੀਂ ਸਭ ਤੋਂ ਪਹਿਲਾਂ? ਬਿਲਕੁਲ, ਦੇਖੋ ਕਵਿਤਾ ਜੀ, ਇੱਕ ਚੀਜ਼ ਮੈਂ ਖਾਸ ਤੌਰ ਤੇ ਪੁਆਇੰਟ ਆਊਟ ਕਰਨਾ ਚਾਹੁੰਦਾ ਹੈਗਾ ਕਿ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਔਰ ਉੱਥੇ ਜਿੱਥੇ ਬਹੁਤ ਸਾਰੀ ਚੰਗੀ ਇਨਫੋਰਮੇਸ਼ਨ ਹੈਗੀ ਹੈ, ਬੜੇ ਬੜੇ ਐਕਸਪਰਟ ਸਿਆਣੇ ਜਿਹੜੇ ਆਪਣੇ ਫੀਲਡ ਦੇ ਮਾਸਟਰ ਜਿਹੜੇ ਨੇ, ਉਹ ਬੜੀ ਅੱਛੀ ਇਨਫੋਰਮੇਸ਼ਨ ਦਿੰਦੇ ਨੇ, ਲੋਕਾਂ ਨੂੰ ਜਾਗਰੂਕ ਕਰਦੇ ਨੇ, ਅਵੇਅਰ ਕਰਦੇ ਨੇ। ਉੱਥੇ ਇਹ ਵੀ ਹੈਗਾ ਕਿ ਕੋਈ ਰੁਕਾਵਟ ਨਹੀਂ ਹੈਗੀ ਕਿ ਕੋਈ ਵੀ ਬੰਦਾ ਜਿਹਨੂੰ ਕੁਝ ਨਹੀਂ ਪਤਾ ਉਹ ਬੰਦਾ ਕੁਝ ਵੀ ਬੋਲ ਸਕਦਾ ਹੈਗਾ। ਤੇ ਆਪਾਂ ਨੂੰ ਬੜੀ ਛਾਂਟ ਕੇ, ਬੜਾ ਦੇਖ ਕੇ ਕਿ ਵੈਦਰ ਕਿ ਕੋਈ ਪਰਸਨ ਉਹ ਆਪਣੇ ਫੀਲਡ ਦੇ ਵਿੱਚ ਐਕਸਪਰਟ ਹੈਗਾ, ਸਿਰਫ ਉਸ ਦੀਆਂ ਗੱਲਾਂ ਨੂੰ ਮੰਨਣਾ ਪੈਣਾ, ਬਾਕੀ ਦੀਆਂ ਗੱਲਾਂ ਇਗਨੋਰ ਕਰਨੀਆਂ ਪੈਣਾ। ਕੋਈ ਕੁਛ ਕਹੇਗਾ, ਕੋਈ ਕੁਛ ਕਹੇਗਾ, ਵਿਚਾਰੇ ਜਿਹੜੇ ਸਟੂਡੈਂਟਸ ਖਾਸ ਤੌਰ 'ਤੇ ਜਿਸ ਤਰ੍ਹਾਂ ਬੜੇ ਕਨਫਿਊਜ਼ ਹੋ ਜਾਂਦੇ ਆ। ਹਾਲੇ ਰੀਸੈਂਟਲੀ ਇੱਕ ਕੋਈ ਕੰਸਲਟੈਂਟ ਸੀਗੇ, ਉਹ ਬੜਾ
ਗਲਤ ਦੇ ਕੰਸਲਟੈਂਟਸ ਦੇ ਵਿੱਚ ਨਾਮ ਆਉਂਦਾ ਹੈਗਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਉਹ ਕਹਿੰਦੇ ਜੀ ਹੁਣ ਕੈਨੇਡਾ ਟੋਟਲੀ ਬੰਦ ਹੋ ਗਿਆ ਤੇ ਆਸਟ੍ਰੇਲੀਆ ਤੁਹਾਨੂੰ ਬਸ ਭੇਜ ਦਾਂਗੇ, ਥੋੜ੍ਹੇ ਜਿਹੇ ਪੈਸੇ 'ਚ ਆਸਟ੍ਰੇਲੀਆ ਭੇਜ ਦਾਂਗੇ। ਤੇ ਬਿਲਕੁਲ ਗਲਤ ਇਨਫੋਰਮੇਸ਼ਨ, 100% ਗਲਤ ਇਨਫੋਰਮੇਸ਼ਨ ਹੈ। ਔਰ ਮੈਂ ਇਹ ਸਮਝਦਾ ਹਾਂ ਕਿ ਰੱਬ ਦੇ ਬੰਦੇ ਹੋਣ ਦਾ ਮਤਲਬ ਇਹ ਹੈ ਕਿ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਬਿਲਕੁਲ ਸਹੀ ਇਨਫੋਰਮੇਸ਼ਨ ਦੇਣਾ, ਗਾਈਡੈਂਸ ਦੇਣਾ, ਤਾਂ ਕਿ ਲੋਕਾਂ ਨੂੰ, ਸਟੂਡੈਂਟਸ ਨੂੰ, ਜਿਹੜੇ ਬੱਚੇ ਛੋਟੇ 12ਵੀਂ ਹੁਣੇ ਪਾਸ ਕਰਕੇ ਰਿਜ਼ਲਟ ਆਇਆ ਹੈਗਾ, ਗ੍ਰੈਜੂਏਟਸ ਹੈਗੇ ਨੇ, ਆਪਣਾ ਰਾਹ ਲੱਭਦੇ ਨੇ ਜ਼ਿੰਦਗੀ ਦੇ ਵਾਸਤੇ, ਕਰੀਅਰ ਦੇ ਵਾਸਤੇ, ਸਕਸੈਸ ਦਾ, ਔਰ ਉੱਥੇ ਜਿਹੜਾ ਉਹਨਾਂ ਨੂੰ ਗਾਈਡੈਂਸ ਦੇਣਾ ਇੱਕ ਪੁੰਨ ਦਾ ਕੰਮ ਹੈਗਾ। ਔਰ ਮਿਸਗਾਈਡ ਕਰਨਾ, ਗਲਤ ਗੱਲਾਂ ਕਰਕੇ ਗਲਤ ਭਰਮਾ ਦੇਣਾ, ਉਹ ਵਿਚਾਰਿਆਂ ਨੂੰ ਅਪਸੈਟ ਕਰ ਦੇਣਾ, ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿੱਥੇ ਕੀ ਕਨਫਿਊਜ਼ ਕਰ ਦੇਣਾ, ਜਿਹਨੂੰ ਐਕਚੁਅਲੀ ਕਹਾਂਗੇ, ਉਹ ਜਿਹੜਾ ਇੱਕ ਕਿਸਮ ਦਾ ਪਾਪ ਵਾਲਾ ਹੀ ਕੰਮ ਹੈਗਾ। ਅਤੇ ਆਪਾਂ ਬਿਲਕੁਲ ਰੱਬ ਦੇ ਬੰਦੇ ਬਣ ਕੇ, ਔਰ 2003 ਤੋਂ ਪਾਇਨੀਅਰ ਇਮੀਗ੍ਰੇਸ਼ਨ ਜਿਹੜੀ ਖੋਲ੍ਹੀ ਸੀ, 100% ਓਨੈਸਟੀ, ਟਰਾਂਸਪੇਰੈਂਸੀ, ਕੇਅਰ ਔਰ ਐਕਸਪਰਟੀਜ਼, ਇਸ ਕਰਕੇ ਕਿਉਂਕਿ CICC ਮੈਂਬਰ, ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਨਾਮ, ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ ਤੋਂ ਮਨਜ਼ੂਰ ਸ਼ੁਦਾ। ਸੋ ਬਹੁਤ ਅੱਛਾ ਸਕਸੈਸ ਰੇਟ ਚੱਲਦਾ ਪਿਆ ਹੈ, ਕੈਨੇਡਾ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਬੈਕਲੌਗ ਜ਼ਿਆਦਾ ਹੈਗਾ, ਥੋੜ੍ਹਾ ਜਿਹਾ ਪ੍ਰੋਸੈਸਿੰਗ ਟਾਈਮ ਵੱਧ ਗਿਆ ਦਾ ਮਤਲਬ ਅਸੀਂ 2-3-5 ਦਿਨ 'ਚ, ਹਫ਼ਤੇ 10 ਦਿਨ ਦੇ ਵਿੱਚ ਵੀ ਵੀਜ਼ਾ ਲੈ ਲੈਂਦੇ ਹੁੰਦੇ ਸੀਗੇ 2-3 ਸਾਲ ਪਹਿਲਾਂ। ਇਸ ਵਕਤ 2.5 ਮਹੀਨੇ ਦਾ ਪ੍ਰੋਸੈਸਿੰਗ ਪੀਰੀਅਡ ਹੈਗਾ। PPR 2.5 ਤੋਂ 3 ਮਹੀਨੇ ਵੀ ਲੱਗ ਜਾਂਦੇ ਆ, PPR ਪਾਸਪੋਰਟ ਰਿਕੁਐਸਟ। ਸੋ ਲੇਕਿਨ ਅਸੀਂ ਉਸੇ ਅਕੋਰਡਿੰਗਲੀ, ਜਿਸ ਤਰ੍ਹਾਂ ਜਨਵਰੀ ਦੀਆਂ ਫਾਈਲਾਂ ਨੇ, 4 ਮਹੀਨੇ ਪਹਿਲਾਂ ਡੈਡਲਾਈਨ ਰੱਖ ਲਾਂਗੇ ਕਿ ਵੀ ਇੰਨੀ ਤਰੀਕ ਤੱਕ ਅਸੀਂ ਲਾ ਦੇਣੀ ਹੈਗੀ ਹੈ, ਔਰ ਉਸ ਤੋਂ ਪਹਿਲਾਂ ਸਾਰੀਆਂ ਫਾਈਲਾਂ ਮੁਕਾ ਦੇਣੀਆਂ, ਉਸ ਤੋਂ ਬਾਅਦ ਨੈਕਸਟ ਇਨਟੇਕ ਦੀ ਲਾਵਾਂਗੇ। ਸੋ ਇਸ ਤਰ੍ਹਾਂ ਦੂਸਰੀ ਗੱਲ ਇਹ ਕਿ ਜਿਹੜੇ ਬਹੁਤ ਲੋ ਪ੍ਰੋਫਾਈਲ ਹੋਣਗੇ ਉਹਨਾਂ ਦਾ ਸਕਸੈਸ ਰੇਟ ਘੱਟ ਗਿਆ ਹੈਗਾ। ਲੋ ਪ੍ਰੋਫਾਈਲ ਦਾ ਮਤਲਬ 55%, 60% ਵਾਲੇ ਬੱਚੇ। ਔਰ ਈਵਨ ਕਿ ਤੁਸੀਂ ਦੇਖੋ ਕਿ ਮੈਂ ਕਿਸੇ ਨੇ ਮੈਨੂੰ, ਮੇਰੇ ਦੋਸਤ ਸੀਗੇ, ਉਹ ਕਹਿੰਦੇ ਮੇਰੇ ਭਾਂਜੇ ਦਾ ਵੀਜ਼ਾ ਲਗਵਾਉਣਾ ਹੈ, ਔਰ ਉਸਨੇ, ਮੈਂ ਕਿਹਾ ਤੁਸੀਂ ਮੈਨੂੰ DMC ਭੇਜੋ, ਕਹਿੰਦੇ ਜੀ 73% ਮਾਰਕਸ ਨੇ। ਅਤੇ ਮੈਂ ਉਹਨੂੰ DMC ਜਦੋਂ ਮੰਗਵਾਈ, ਅਤੇ ਤੁਸੀਂ ਇੱਕ ਗੱਲ ਦੇਖਣ ਵਾਲੀ ਹੈ ਉਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਦੇ ਹੁਣੇ ਰਿਜ਼ਲਟ ਆਏ ਨੇ, ਉਹਨਾਂ ਦਾ ਪ੍ਰੋਫਾਈਲ ਕਿਸ ਤਰ੍ਹਾਂ ਦਾ ਹੈਗਾ, ਔਰ ਉਹਨਾਂ ਨੂੰ ਆਪਣੀ ਪ੍ਰੋਫਾਈਲ ਚੈੱਕ ਕਰਨ ਵਿੱਚ ਬੜੀ ਮਦਦ ਮਿਲੇਗੀ ਮੇਰੀ ਇਸ ਜਿਹੜੀ ਗਾਈਡੈਂਸ ਦੇ ਨਾਲ। ਔਰ ਉਸ ਦੇ ਨਾਲ ਹੀ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਵੀਜ਼ਾ ਸਕਸੈਸ ਰੇਟ ਕਿੰਨਾ ਹੋਏਗਾ, ਕਿਉਂਕਿ ਮਿਸਗਾਈਡੈਂਸ ਵੀ ਬੜੀ ਹੋਏਗੀ। ਬੜੇ ਸਾਰੇ ਲੋਕ ਤੁਹਾਨੂੰ ਇਹ ਗੱਲਾਂ ਦੱਸਦੇ ਨਹੀਂ ਹੈਗੇ। ਸੋ ਦੇਖਣਾ ਕੀ ਹੈ ਕਿ ਮੈਂ ਬਹੁਤ ਸਾਰੀ ਜਿਹੜੀ DMCs ਦੇਖਦਾ, ਅੱਜ ਕੱਲ੍ਹ ਰੀਸੈਂਟਲੀ ਰਿਜ਼ਲਟ ਆਏ, ਬੱਚੇ ਮੇਰੇ ਨਾਲ ਡਿਸਕਸ ਕਰਦੇ ਨੇ, ਸੈਮੀਨਾਰ ਦੇ ਵਿੱਚ ਆਪਣੀ DMCs ਦਿਖਾਉਂਦੇ ਨੇ। ਪ੍ਰੈਕਟੀਕਲ ਦੇ ਵਿੱਚ ਫੋਰ ਐਗਜ਼ਾਮਪਲ ਕਿ ਨਾਨ ਮੈਡੀਕਲ ਦਾ ਬੱਚਾ ਹੈਗਾ, ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ ਕੀਤਾ ਹੈਗਾ, 30 ਨੰਬਰ ਦੇ ਉਹਨਾਂ ਦੇ ਪ੍ਰੈਕਟੀਕਲ ਦੇ ਮਾਰਕਸ ਨੇ, 100 ਦੇ ਵਿੱਚੋਂ 30 ਪ੍ਰੈਕਟੀਕਲ ਦੇ ਨੇ ਈਚ ਜਿਹੜੇ ਨੇ। ਔਰ ਜ਼ਿਆਦਾਤਰ 10 ਵਿੱਚੋਂ 9, 10 ਵਿੱਚੋਂ 10 DMCs ਦੇ ਵਿੱਚ ਮੈਂ 30 ਵਿੱਚੋਂ 30 ਦੇਖਦਾ, ਤਿੰਨਾਂ ਦੇ ਵਿੱਚ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਜਾਂ ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ, 30 ਦੇ ਵਿੱਚੋਂ 30 ਪ੍ਰੈਕਟੀਕਲ ਦੇ ਹੋ ਗਏ। ਔਰ ਥਿਊਰੀ ਦੇ ਵਿੱਚ 70 ਵਿੱਚੋਂ 32, 28 ਜਾਂ 34। ਸੋ ਜਦੋਂ 50% ਤੋਂ ਘੱਟ, 70 ਵਿੱਚੋਂ 35 ਤੋਂ ਘੱਟ ਮਾਰਕਸ ਹੋਣਗੇ ਤੇ ਉਹਨਾਂ ਦੀ ਪ੍ਰੋਫਾਈਲ ਵੀਕ ਹੋ ਜਾਏਗੀ, ਕਿਉਂਕਿ ਆਪਣੇ ਇੰਡੀਆ ਦੇ ਵਿੱਚ 33% ਵਾਲਾ ਪਾਸ ਹੁੰਦਾ ਹੈ, ਕੈਨੇਡਾ ਦੇ ਵਿੱਚ 50% ਵਾਲਾ ਪਾਸ ਮੰਨਦੇ ਹੈ, ਤੇ 50% ਤੋਂ ਘੱਟ ਜਦੋਂ ਹੁੰਦੇ ਆ ਉਹ ਘੱਟ ਜਾਣਗੇ। ਇੰਗਲਿਸ਼ ਦੇ ਵਿੱਚ 90 ਮਾਰਕਸ ਸੀਗੇ ਬੱਚੇ ਦੇ ਉਸਦੇ, ਔਰ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਅਗੇਨ 85, 90, 93% ਮਾਰਕਸ ਹੋਣਗੇ। ਸੋ ਇਹ ਸਾਰੇ ਟੋਟਲ ਮਿਲਾ ਕੇ ਜਿਹੜੇ ਬਣ ਜਾਣਗੇ 73, ਪਰ ਫਿਜ਼ੀਕਲ ਐਜੂਕੇਸ਼ਨ ਨੂੰ ਕੰਸੀਡਰ ਨਹੀਂ ਕਰਦੇ। ਇੰਗਲਿਸ਼ ਦਾ ਤਾਂ ਚਲੋ ਆਈਲੈਟਸ ਦਾ ਟੈਸਟ ਹੈਗਾ ਹੀ ਉਹਨਾਂ ਵਾਲੇ। ਹੁਣ ਜਿਹੜੇ ਬਾਕੀ ਸਟੱਡੀਜ਼ ਮੇਨ ਕੋਰ ਸਬਜੈਕਟ ਜਿਹਨਾਂ ਨੂੰ ਕਹਿੰਦੇ ਹੈਗੇ ਆ, ਫਿਜ਼ਿਕਸ, ਕੈਮਿਸਟਰੀ, ਮੈਥਮੈਟਿਕਸ ਜਾਂ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਉਹਦੇ ਵਿੱਚ ਜਿਹੜੇ ਥਿਊਰੀ ਦੇ ਵਿੱਚ ਕਿੰਨੇ ਮਾਰਕਸ ਨੇ। ਸੋ ਇਹ ਜਿਹੜੀ ਹੈਗੀ ਆ, ਇਹ ਇਸ 'ਤੇ ਡਿਪੈਂਡ ਕਰੇਗਾ। ਅਗਰ ਆਪਣੇ ਮਾਰਕਸ ਜ਼ਿਆਦਾ ਸਬਜੈਕਟਸ ਵਿੱਚ ਲੈਸ ਦੈਨ 50% ਥਿਊਰੀ ਦੇ ਵਿੱਚ ਹੈਗੇ ਨੇ, ਪ੍ਰੋਫਾਈਲ ਵੀਕ ਹੋਏਗੀ, ਵੀਜ਼ਾ ਸਕਸੈਸ ਰੇਟ ਲੋ ਹੋਏਗਾ, ਉਹਨਾਂ ਦਾ ਵੀਜ਼ਾ ਰਿਫਿਊਜ਼ ਹੋ ਸਕਦਾ। ਇਸੇ ਤਰੀਕੇ ਨਾਲ ਭਾਵੇਂ ਗ੍ਰੈਜੂਏਟਸ ਨੇ 55, 60, 65% ਮਾਰਕਸ, ਕਿੰਨੇ ਬੈਕਲੌਗਸ ਨੇ ਔਰ ਕਿੰਨਾ ਗੈਪ ਹੈਗਾ। ਔਰ ਉਸ ਦੇ ਇਲਾਵਾ ਜਿਹੜੇ ਇੰਡੀਵਿਜੂਅਲ ਉਹੀ ਕਿ ਜਿਹੜੇ ਥਿਊਰੀ ਵਾਲੇ ਮਾਰਕਸ ਨੇ, ਕਿੰਨੇ ਸਬਜੈਕਟਸ ਦੇ ਵਿੱਚ ਲੈਸ ਦੈਨ 50% ਨੇ। ਇਹ ਜਿਹੜੀ ਇੰਡੀਵਿਜੂਅਲ DMCs ਨੂੰ ਦੇਖ ਕੇ ਜਿਹੜੇ ਸਿਆਣੇ ਵੀਜ਼ਾ ਅਫਸਰ ਹੈਗੇ ਨੇ, ਸਟ੍ਰਿਕਟ ਵੀਜ਼ਾ ਅਫੀਸਰ ਹੈਗੇ ਨੇ, ਉਹਨਾਂ ਨੇ ਦੇਖਣੀ ਹੈਗੀ ਹੈ। ਅਕੋਰਡਿੰਗਲੀ ਅਗਰ ਅੱਛੇ ਪ੍ਰੋਫਾਈਲ ਹੈਗੇ ਨੇ, ਜ਼ਿਆਦਾ ਸਬਜੈਕਟਾਂ 'ਚ ਲੈਸ ਦੈਨ 50% ਨਹੀਂ ਹੈਗੇ, ਫਿਰ ਵੀਜ਼ਾ ਦੇਣਗੇ, ਨਹੀਂ ਤਾਂ ਰਿਫਿਊਜ਼ ਹੋ ਸਕਦਾ। ਸਿਰਫ ਇਹੋ ਜਿਹੇ ਜਿਹੜੇ ਕੇਸਿਸ ਦਾ ਰਿਫਿਊਜ਼ ਹੋਇਆ। ਹਾਲਾਂਕਿ ਰੀਸੈਂਟਲੀ ਜ਼ਿਆਦਾ ਬੈਕਲੌਗ ਹੋਣ ਕਰਕੇ ਆਰਟੀਫਿਸ਼ੀਅਲ ਇੰਟੈਲੀਜੈਂਸ, ਇੱਕ ਚਿਨੂਕ ਨਾਂ ਦਾ ਕੋਈ ਸੌਫਟਵੇਅਰ ਉਹਨਾਂ ਨੇ ਯੂਜ਼ ਕੀਤਾ, ਜਿਹੜਾ ਐਮਬੈਸੀ ਯੂਜ਼ ਕਰਦੀ ਪਈ ਹੈ, ਜਿਸ ਦੇ ਵਿੱਚ ਐਰਰਸ ਕਰਕੇ 80-85% ਬੱਚਿਆਂ ਵਾਲੇ ਜਿਹੜੇ ਪ੍ਰੋਫਾਈਲ ਵਾਲੇ
ਬੱਚਿਆਂ ਦਾ ਵੀ ਰਿਫਿਊਜ਼ ਹੋਇਆ ਗਲਤੀ ਨਾਲ, ਔਰ ਉਹ ਅਸੀਂ ਕੇਸਿਸ ਦੁਬਾਰਾ ਲਗਾਏ, ਔਰ ਸਾਰਿਆਂ ਦਾ ਜਿਹੜੇ ਵੀ ਦੇਖੋ ਆਲ ਗੁੱਡ ਮਾਰਕਸ ਦਾ ਮਤਲਬ ਉਹੀ ਜਿਨ੍ਹਾਂ ਦੇ 50% ਤੋਂ ਘੱਟ ਨਹੀਂ ਹੈਗੇ ਕਿਸੇ ਵੀ ਸਬਜੈਕਟ ਦੇ ਵਿੱਚ, ਔਰ 6 ਈਚ ਬੈਂਡਸ ਹੋਣੇ ਜ਼ਰੂਰੀ ਨੇ ਆਫ ਕੋਰਸ, ਤੇ ਫਿਰ ਉਹ ਜਿਹੜਾ ਹੈ ਇਹੋ ਜਿਹਿਆਂ ਨੂੰ ਦੁਬਾਰਾ ਅਸੀਂ ਅਪਲਾਈ ਕਰਦੇ ਹਾਂ, ਵੀਜ਼ਾ ਲੱਗ ਜਾਂਦਾ। 4-4 ਵਾਰ ਰਿਫਿਊਜ਼ਡ ਕੇਸਿਸ ਜਿਹੜੇ ਵੀਕ ਹੁੰਦੇ ਨੇ ਜੀ, ਕਈ ਵਾਰ ਉਹ ਵੀ ਜਦੋਂ ਅਸੀਂ ਜਿਹੜਾ ਐਸਓਪੀ ਵਗੈਰਾ ਲਿਖ ਕੇ ਉਹਨਾਂ ਨੂੰ ਪ੍ਰੋਪਰ ਸਾਰੀ ਜਿਹੜੀ ਰੈਲੇਵੈਂਸ ਜਿਹੜੀ ਪ੍ਰੂਵ ਕਰਦੇ ਹੈਗੇ ਆ, ਤੇ ਫਿਰ ਵੀਜ਼ਾ ਲੱਗ ਜਾਂਦੇ, ਕੋਈ ਐਸੀ ਗੱਲ ਨਹੀਂ। ਆਫ ਕੋਰਸ ਵੀਕ ਕੇਸਿਸ ਦੀ ਪੱਕਾ ਨਹੀਂ ਹੁੰਦਾ ਕਿ ਲੱਗਣਗੇ, ਕਈ ਵਾਰੀ ਕੋਈ ਲੀਨੀਅੰਟ ਵੀਜ਼ਾ ਅਫਸਰ ਦੇ ਹੱਥ ਲੱਗਦੀ ਆ, ਫਾਈਲ ਲੱਗ ਜਾਂਦਾ, ਸਟ੍ਰਿਕਟ ਵੀਜ਼ਾ ਅਫਸਰ ਦੇ ਹੱਥ ਲੱਗਦੀ ਹੈ ਤੇ ਰਿਫਿਊਜ਼ ਵੀ ਕਰ ਸਕਦੇ, ਲੇਕਿਨ ਚੰਗੇ ਕੇਸਿਸ ਜਿਹੜੇ ਨੇ ਜੀ ਉਹ ਜ਼ਰੂਰ ਵੀਜ਼ਾ ਲੈ ਲੈਂਦੇ ਜੀ। ਜੀ, ਸੋ ਫਿਲਹਾਲ ਹੁਣ ਕਿਉਂਕਿ ਤੁਹਾਡੇ ਸੈਮੀਨਾਰਸ ਤੁਸੀਂ ਲੈ ਕੇ ਆ ਰਹੇ ਹੋ, ਰਾਈਟ, ਇੱਕ ਤਾਂ ਮੈਂ ਚਾਹਾਂਗੀ ਵੀ ਉਹਨਾਂ ਦੀਆਂ ਡੇਟਸ ਕਿਹੜੀ ਜਗ੍ਹਾ ਤੇ ਕਿੱਥੇ ਸੈਮੀਨਾਰ ਹੈ, ਤੇ ਜਿਹੜਾ ਹੁਣ ਰਿਜੈਕਸ਼ਨ ਆਈ ਹੈ, ਕਿਉਂਕਿ ਹੁਣ ਵੀ ਪਿੱਛੇ ਜੇ ਵੀ ਕਾਫੀ ਸਟੂਡੈਂਟ ਜਿਹੜੇ ਹਾਲੇ ਵੀ ਨਿਰਾਸ਼ ਹੈਗੇ ਨੇ, ਰਾਈਟ, ਇਹਨਾਂ ਨੂੰ ਲਾਈਕ ਕਰੋਗੇ ਇਨਵਾਈਟ ਸੈਮੀਨਾਰਸ ਦੇ ਵਿੱਚ? ਲੱਗਦਾ ਵੀ ਆਉਣਾ ਚਾਹੀਦਾ ਖਾਸ ਤੌਰ ਤੇ ਸੈਮੀਨਾਰਸ ਦਾ ਇਹ ਕਿ ਮੈਂ ਹਰ ਰੋਜ਼ ਹਰ ਕਿਸੇ ਨੂੰ ਨਹੀਂ ਮਿਲਦਾ, ਔਰ ਸੈਮੀਨਾਰਸ ਵਿੱਚ ਖਾਸ ਤੌਰ ਤੇ ਕਿਉਂਕਿ 9 ਬ੍ਰਾਂਚੇਸ ਔਰ ਮੇਰੀ ਗਾਈਡੈਂਸ ਦੇ ਨਾਲ ਕਾਉਂਸਲਰਸ, ਮੈਨੇਜਰਸ, ਇਹ ਜਿਹੜੀ ਕਾਫੀ ਸਾਰੀ ਇਨਫੋਰਮੇਸ਼ਨ 100% ਓਨੈਸਟੀ ਔਰ ਬੜੀ ਐਕਸਪਰਟ ਜਿਹੜੀ ਗਾਈਡੈਂਸ ਔਰ ਇਹ ਸਾਰੀ ਇਨਫੋਰਮੇਸ਼ਨ ਦਿੰਦੇ ਨੇ, ਲੇਟੈਸਟ ਅਪਡੇਟਸ, ਕਿਉਂਕਿ CICC ਮੈਂਬਰ ਕੈਨੇਡਾ ਅੰਬੈਸੀ ਔਰ CICC ਜਿਹੜੀ ਕੈਨੇਡੀਅਨ ਗਵਰਨਮੈਂਟ ਦੀ ਡੈਜ਼ਿਗਨੇਟਿਡ ਬਾਡੀ ਹੈਗੀ ਹੈ, ਇਹ ਸਾਨੂੰ ਲੇਟੈਸਟ ਅਪਡੇਟਸ ਨਾਲ ਅਪਡੇਟਡ ਰੱਖਦੇ ਨੇ, ਔਰ ਉਹ ਸਾਰੀ ਟ੍ਰੇਨਿੰਗ ਔਰ ਮੇਰੀ ਗਾਈਡੈਂਸ ਨਾਲ ਜਿਹੜੇ ਨੇ ਉਹ ਸਾਰੇ ਮੇਰੇ ਸਟਾਫ ਮੈਂਬਰ ਜਿਹੜੇ ਨੇ ਕਲਾਇੰਟਸ ਨੂੰ ਅਟੈਂਡ ਕਰਕੇ ਉਹਨਾਂ ਨੂੰ ਗਾਈਡੈਂਸ ਦਿੰਦੇ ਹੈਗੇ ਆ। ਔਰ ਇਸ ਸੈਮੀਨਾਰਸ ਦੇ ਵਿੱਚ ਖਾਸ ਮੌਕਾ ਹੁੰਦਾ ਹੈ ਕਿ ਮੈਂ ਸਟੂਡੈਂਟਸ, ਪੇਰੈਂਟਸ ਨੂੰ ਸਿੱਧਾ ਡਾਇਰੈਕਟ ਮਿਲਦਾ ਹੈਗਾ, ਔਰ ਉਹਨਾਂ ਨੂੰ ਉਹਨਾਂ ਦਾ ਕਿਹੜੇ ਜਿੱਥੇ ਜਾਣਾ ਚਾਹੁੰਦੇ, ਕਿਹੜੇ ਕਾਲਜ, ਕਿਹੜੇ ਕੋਰਸ ਵਿੱਚ, ਇਹੋ ਜਿਹੇ ਕਾਲਜ, ਇਹੋ ਜਿਹੇ ਕੋਰਸ ਜਿੱਥੇ ਫੀਸ ਅਫੋਰਡੇਬਲ ਹੋਵੇ, ਘੱਟ ਹੋਵੇ, ਕੋਪ ਪ੍ਰੋਗਰਾਮਸ ਹੋਣ, ਔਰ ਜਿੱਥੇ PR ਸੌਖੀ ਹੋਵੇ, ਇਹ ਸਾਰੀ ਗਾਈਡੈਂਸ ਦਿੰਦਾ ਹੈਗਾ। 17 ਤਰੀਕ ਨੂੰ 17 ਅਗਸਤ ਨੂੰ ਮੋਗਾ ਜੀ, 18 ਨੂੰ ਫਿਰੋਜ਼ਪੁਰ, 19 ਨੂੰ ਅੰਮ੍ਰਿਤਸਰ ਸਾਹਿਬ, 20 ਨੂੰ ਜਲੰਧਰ, ਔਰ 2 ਦਿਨ ਦੀ ਛੁੱਟੀ ਤੋਂ ਬਾਅਦ 23 ਤਰੀਕ ਨੂੰ ਲੁਧਿਆਣਾ, 24 ਨੂੰ ਬਰਨਾਲਾ, 25 ਨੂੰ ਬਠਿੰਡਾ, 26 ਨੂੰ ਪਟਿਆਲਾ ਤੇ 28 ਤਰੀਕ ਨੂੰ 28 ਅਗਸਤ ਨੂੰ ਚੰਡੀਗੜ੍ਹ ਦੇ ਵਿੱਚ ਸੈਮੀਨਾਰ ਹੋਣਗੇ। ਔਰ ਖਾਸ ਤੌਰ ਤੇ ਇੱਕ ਬੜੀ ਕੰਪਨੀ ਨੇ ਵੱਡੀ ਜਿਹੜੀ ਹੈ ਇੱਕ ਗਿਫਟ ਕੱਢਿਆ ਹੈਗਾ, ਪ੍ਰਮੋਟ ਕੀਤਾ ਹੈਗਾ ਕਿ ਹਰ ਸਟੂਡੈਂਟ ਜਿਹੜਾ ਪਾਇਨੀਅਰ ਇਮੀਗ੍ਰੇਸ਼ਨ ਦੀ ਸਰਵਿਸਿਜ਼ ਹਾਇਰ ਕਰੇਗਾ, ਕਿਉਂਕਿ ਕੰਪਨੀ ਨੂੰ ਆਲਮੋਸਟ 20 ਇਅਰਸ ਹੋ ਗਏ ਨੇ, ਬੜੀ ਵੈਲ ਐਸਟੈਬਲਿਸ਼ ਹੋ ਚੁੱਕੀ ਹੈ, ਤੇ $500 to $5,000 ਕੈਨੇਡੀਅਨ ਡਾਲਰ ਦਾ ਸਕਾਲਰਸ਼ਿਪ ਵੀਜ਼ਾ ਤੋਂ ਬਾਅਦ ਬੱਚਿਆਂ ਨੂੰ ਟਿਊਸ਼ਨ ਫੀਸ ਦੇ ਵਿੱਚ ਹੈਲਪ ਕਰਨ ਵਾਸਤੇ $500 to $5,000 ਦਾ ਹਰ ਇੱਕ ਨੂੰ ਦੇਣਗੇ, ਔਰ ਡਰਾ ਹੋਏਗਾ ਜਿਸ ਦੇ ਵਿੱਚ ਕਿਸੇ ਦੇ 1000, 2000 ਅਪ ਟੂ 5000 ਕੈਨੇਡੀਅਨ ਡਾਲਰ ਸਕਾਲਰਸ਼ਿਪ ਮਿਲੇਗਾ ਜੀ। ਗ੍ਰੇਟ, ਸੋ ਆਈ ਐਮ ਸ਼ੋਰ ਜੀ ਫਿਰ ਤਾਂ ਸਾਡੇ ਸਟੂਡੈਂਟਸ ਨੇ ਜ਼ਰੂਰ ਇਸ ਸੈਮੀਨਾਰ ਦਾ ਹਿੱਸਾ ਯਾਨੀ ਕਿ ਵੱਧ ਚੜ ਕੇ ਹਿੱਸਾ ਲੈਣਗੇ ਵੀ, ਹਾਂਜੀ ਚਲੋ ਅਗਰ ਇਦਾਂ ਦੀਆਂ ਉਹਨਾਂ ਨੂੰ ਅਪਰਚੂਨਿਟੀਜ਼ ਮਿਲਦੀਆਂ ਨੇ। ਖਾਸ ਗੱਲ ਇਹ ਹੈ ਕਿ ਜਿਹੜੇ ਬਹੁਤ ਲੋ ਪ੍ਰੋਫਾਈਲ ਕੇਸਿਸ ਨੇ ਉਹਨਾਂ ਨੂੰ ਅਸੀਂ ਹੁਣ ਲੈਣਾ ਬੰਦ ਕਰ ਦਿੱਤਾ ਹੈਗਾ ਰੀਸੈਂਟਲੀ, ਔਰ ਲੇਕਿਨ ਜਿਹੜੇ ਅਸੀਂ ਲੈ ਲਾਂਗੇ ਮੀਡੀਅਮ ਪ੍ਰੋਫਾਈਲ ਜਾਂ ਹਾਈ ਪ੍ਰੋਫਾਈਲ, ਜਿੰਨੇ ਵੀ ਕੇਸਿਸ ਅਸੀਂ ਲਵਾਂਗੇ, ਕਿ ਪ੍ਰੋਫਾਈਲ ਭਾਵੇਂ ਪ੍ਰੋਫਾਈਲ ਤੇ ਡਿਪੈਂਡ ਨਹੀਂ ਕਰੇਗਾ, ਪ੍ਰੋਫਾਈਲ ਭਾਵੇਂ ਥੋੜੀ ਜਿਹੀ ਵੀਕ ਹੋਵੇ ਔਰ ਸਾਨੂੰ ਲੱਗਦਾ ਹੈ ਕਿ ਵੀਜ਼ਾ ਚਾਂਸ ਹੈਗੇ ਨੇ, ਤੇ ਉਹ ਸਾਰਿਆਂ ਨੂੰ ਹੀ ਜਿਹੜੇ ਪ੍ਰੋਫਾਈਲ ਨੂੰ ਨਾ ਦੇਖਦੇ ਹੋਏ ਸਾਰਿਆਂ ਨੂੰ ਜਿਹੜੇ ਵੀ ਕੇਸਿਸ ਅਸੀਂ ਐਕਸੈਪਟ ਕਰ ਲਾਂਗੇ ਉਹਨਾਂ ਨੂੰ ਸਕਾਲਰਸ਼ਿਪ ਦਾ ਜਿਹੜਾ ਦਿੱਤਾ ਜਾਏਗਾ। ਔਰ ਰਿਫਿਊਜ਼ਡ ਕੇਸਿਸ ਨੂੰ ਵੀ ਇਹ ਸਕਾਲਰਸ਼ਿਪ, ਹਾਲਾਂਕਿ ਸਾਡੀ ਜਿਹੜੀ ਹੈ ਦੇਖੋ ਜਿਹੜੇ ਫਰੈਸ਼ ਕੇਸਿਸ ਨੇ ਉਹਨਾਂ ਕੋਲੋਂ ਜ਼ਿਆਦਾਤਰ ਕੋਲੋਂ ਅਸੀਂ ਫੀਸ ਜਿਹੜੀ ਹੈ ਕੰਪਨੀ ਫੀਸ ਨਹੀਂ ਲੈਂਦੇ, ਰਿਫਿਊਜ਼ਡ ਕੇਸਿਸ ਕੋਲੋਂ ਕੁਝ ਕੰਪਨੀ ਫੀਸ ਲੈਂਦੇ ਆ, ਲੇਕਿਨ ਰਿਫਿਊਜ਼ਡ ਕੇਸਿਸ ਨੂੰ ਵੀ ਸਕਾਲਰਸ਼ਿਪ ਦੇਵਾਂਗੇ। ਔਰ ਇਸ ਸੈਮੀਨਾਰ ਦੇ ਵਿੱਚ ਸਾਡੀ ਸਾਰੀ ਟੀਮਸ ਨਾਲ ਹੋਣਗੀਆਂ, ਐਪਲੀਕੇਸ਼ਨ ਫੀ ਵੀ ਵੇਵਰ ਹੋਏਗੀ ਜਿਹੜੇ ਚੰਗੇ ਸਿਲੈਕਟਡ ਸਟੂਡੈਂਟਸ ਨੇ ਉਹਨਾਂ ਵਾਸਤੇ ਜੀ। ਸੋ ਫਿਲਹਾਲ ਸਾਡੇ ਨਾਲ ਜੀ ਪਾਇਨੀਅਰ ਇਮੀਗ੍ਰੇਸ਼ਨ ਤੋਂ CICC ਮੈਂਬਰ ਡਾਕਟਰ ਰਵੀ ਗਰਗ, ਤੇ ਤੁਸੀਂ ਨੰਬਰ ਸਕਰੀਨ ਦੇ ਉੱਤੇ ਜੀ ਫਲੈਸ਼ ਹੋ ਰਹੇ ਨੇ, ਇਹਨਾਂ ਦੇ ਉੱਤੇ ਕਾਲ ਕਰਕੇ ਆਪਣੇ ਵਾਸਤੇ ਅਪਾਇੰਟਮੈਂਟ ਲਾ ਸਕਦੇ ਹੋ। ਇਸ ਸੈਮੀਨਾਰਸ ਦੇ ਬਾਰੇ ਹੋਰ ਇਨਫੋਰਮੇਸ਼ਨ ਲੈਣੀ ਹੈ ਤਾਂ ਵੀ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰਕੇ ਜੀ ਇਹਨਾਂ ਸੈਮੀਨਾਰਸ ਦਾ ਹਿੱਸਾ ਬਣ ਸਕਦੇ ਹੋ। ਸੋ ਸਿਰਫ ਕੈਨੇਡਾ ਨੂੰ ਲੈ ਕੇ ਹੀ ਇਸ ਸੈਮੀਨਾਰ ਦਾ ਅਟਰੈਕਸ਼ਨ ਜਿਹੜਾ ਰਹੇਗਾ? ਦੇਖੋ ਆਸਟ੍ਰੇਲੀਆ, ਜਿਸ ਤਰ੍ਹਾਂ ਮੈਂ CICC ਮੈਂਬਰ ਹੈਗਾ, ਕੈਨੇਡਾ ਗਵਰਨਮੈਂਟ, ਕੈਨੇਡਾ ਅੰਬੈਸੀ ਤੋਂ ਮਨਜ਼ੂਰਸ਼ੁਦਾ ਕੰਸਲਟੈਂਟ, ਤੇ ਆਸਟ੍ਰੇਲੀਆ ਵਾਸਤੇ ਵੀ ਬਹੁਤ ਸਾਰੇ ਬੱਚੇ ਇੰਟਰਸਟਿਡ ਹੁੰਦੇ ਨੇ। ਆਸਟ੍ਰੇਲੀਆ ਵਾਸਤੇ ਸਾਡੇ ਡਾਕਟਰ ਗਗਨਦੀਪ ਕੌਰ ਜੱਜੀ ਜਿਹੜੇ ਮਾਰਾ ਮੈਂਬਰ ਨੇ, ਔਰ ਮਾਰਾ ਮੈਂਬਰ ਹੀ ਲੀਗਲੀ ਰਿਕਗਨਾਈਜ਼ ਜਿਹੜੇ ਨੇ, ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਹੁੰਦੇ ਨੇ ਆਸਟ੍ਰੇਲੀਆ ਵਾਸਤੇ ਕਿਸੇ ਵੀ ਤਰ੍ਹਾਂ ਦਾ ਇਮੀਗ੍ਰੇਸ਼ਨ ਮੈਟਰ ਔਰ ਸਟੱਡੀ ਵੀਜ਼ਾ ਨੂੰ ਡੀਲ ਕਰਨ ਵਾਸਤੇ। ਔਰ
ਸਾਡੇ ਜਿਹੜੇ ਡਾਕਟਰ ਗਗਨਦੀਪ ਕੌਰ ਜੱਜੀ ਮਾਰਾ ਮੈਂਬਰ ਨੇ, ਸਾਡੇ ਪਾਇਨੀਅਰ ਨਾਲ ਜੁੜੇ ਹੋਏ ਨੇ, ਹੂੰ ਔਰ ਉਹ ਸਾਰਾ ਜਿਹੜਾ ਸਾਡਾ ਜਿਹੜਾ ਪਾਇਨੀਅਰ ਦਾ ਸਾਰਾ ਆਸਟ੍ਰੇਲੀਆ ਦਾ ਵਰਕ ਜਿਹੜਾ ਹੈਗਾ ਉਹ ਕਰਦੇ ਨੇ। ਵੈਲਕਮ। ਔਰ ਇੱਕ ਜਿਹੜੀ ਹੈਗੀ ਹੈ ਥੋੜ੍ਹਾ ਜਿਹਾ ਇਹ ਹੈਗਾ ਕਿ ਆਸਟ੍ਰੇਲੀਆ ਵਾਸਤੇ ਤਕਰੀਬਨ 30 ਲੱਖ 6 ਮਹੀਨੇ ਪੁਰਾਣੇ ਫੰਡਸ ਚਾਹੀਦੇ ਹੁੰਦੇ ਨੇ। ਸੋ ਉਹ ਅਗਰ ਸਟੂਡੈਂਟਸ ਕੋਲ ਹੈਗੇ ਨੇ ਜੀ ਤੇ ਜ਼ਰੂਰ ਕੰਟੈਕਟ ਕਰ ਲੈਣ ਸਾਡੇ ਆਫਿਸਿਸ ਦੇ ਵਿੱਚ। 9 ਆਫਿਸਿਸ ਇਨ ਇੰਡੀਆ, 2 ਕੈਨੇਡਾ ਦੇ ਵਿੱਚ ਵੀ ਆਫਿਸਿਸ ਨੇ, ਇੱਕ ਸਿਡਨੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਵੀ ਸਾਡਾ ਆਫਿਸ ਹੈਗਾ। ਵੈਲਕਮ ਜੀ। ਜੀ ਸੋ ਬਟ ਫਿਲਹਾਲ ਅਗਰ ਅਸੀਂ ਕੈਨੇਡਾ ਦੀ ਗੱਲ ਕਰੀਏ ਤਾਂ ਐਸਾ ਸਾਨੂੰ ਕੋਈ ਫੰਡਸ ਨਹੀਂ ਚਾਹੀਦੇ, ਜਸਟ ਵੀ ਆਪਾਂ ਨੇ GIC ਅਮਾਉਂਟ ਡਿਪੋਜ਼ਿਟ ਕਰਾਣੀ ਹੈ ਬਿਲਕੁਲ ਤੇ 1 ਸਾਲ ਦੀ ਫੀਸ ਦੇ ਦਿਓ, ਬਿਲਕੁਲ ਸਫੀਸ਼ੀਐਂਟ ਹੈ। ਬਿਲਕੁਲ। ਕੈਨੇਡਾ ਦੇ ਵੀਜ਼ਾ ਜਿਹੜੇ ਬਿਲਕੁਲ। ਚਾਂਸਸ ਨੇ ਬਿਲਕੁਲ ਬੜੀ ਅਲੱਗ-ਅਲੱਗ ਹਾਂ। ਤਰ੍ਹਾਂ ਦੀ ਲੋਕ ਕਨਫਿਊਜ਼ਨ ਲੈ ਕੇ ਆਉਂਦੇ ਨੇ ਹਾਂ ਕਿ ਫੰਡ ਸ਼ੋ ਕਰਨੇ ਹੈ। ਕਈ ਵਾਰੀ ਕੰਸਲਟੈਂਟ ਮਿਸਗਾਈਡ ਕਰ ਦਿੰਦੇ ਹਾਂ, ਹੈ ਕਿ ਜੀ ਹਾਂ। ਅਸੀਂ ਇਸ ਫੰਡ ਸ਼ੋ ਕਰ ਦਾਂਗੇ। ਔਰ ਆਸਟ੍ਰੇਲੀਆ ਵਾਸਤੇ 30 ਲੱਖ ਜਿਹੜੇ ਜਿਸ ਤਰ੍ਹਾਂ ਮੈਂ ਦੱਸਿਆ 6 ਮਹੀਨੇ ਪੁਰਾਣੇ ਚਾਹੀਦੇ। ਜੀ, ਕੈਨੇਡਾ ਜੀ। ਵਾਸਤੇ ਪੁਰਾਣੇ ਫੰਡਸ ਨਹੀਂ ਚਾਹੀਦੇ। ਹਾਂ। ਕਿਹੜੇ ਅਕਾਊਂਟ ਤੋਂ ਕਿਸਨੇ ਫੀਸ ਪੇ ਕੀਤੀ ਇਹ ਵੀ ਨਹੀਂ ਦੇਖਿਆ ਜਾਂਦਾ। 1 ਸਾਲ ਦੀ ਫੀਸ ਪੇ ਕਰਨੀ ਹੈ ਤਕਰੀਬਨ 10 ਲੱਖ ਔਰ 6.5 ਲੱਖ 6.5 ਲੱਖ ਦੇ ਕਰੀਬ ਜਿਹੜੇ 10,000 ਕੈਨੇਡੀਅਨ ਡਾਲਰ ਜਿਹੜੇ ਨੇ ਇਹ ਆਪਾਂ ਜੋ ਡਿਪੋਜ਼ਿਟ ਕਰਾਉਣੇ ਨੇ ਕੈਨੇਡੀਅਨ ਬੈਂਕ ਦੇ ਵਿੱਚ GIC ਦੇ, ਜਿਹੜੇ ਉੱਥੇ ਜਾ ਕੇ ਹੌਲੀ 1 ਸਾਲ ਦੇ ਵਿੱਚ ਸਟੂਡੈਂਟ ਨੂੰ ਮਿਲ ਜਾਣੇ ਨੇ ਜੀ। ਸੋ 10 ਲੱਖ ਦੇ ਕਰੀਬ 1 ਸਾਲ ਦੀ ਟਿਊਸ਼ਨ ਫੀਸ ਔਰ 6 ਲੱਖ 16.5 ਲੱਖ ਦੇ ਕਰੀਬ 16 ਇਹ ਜਿਹੜਾ ਖਰਚਾ ਹੁੰਦਾ ਹੈਗਾ। ਉੱਥੇ ਜਾ ਕੇ ਜ਼ਿਆਦਾਤਰ ਬੱਚੇ ਜਿਹੜੇ ਆ ਉਹ ਐਡਵਾਈਸ ਕਿ 2 ਸਾਲ ਦਾ ਕੋਰਸ ਕਰਨਾ ਹੁੰਦਾ ਹੈ ਹਾਂਜੀ ਤਾਂ ਕਿ 3 ਸਾਲ ਦਾ ਵਰਕ ਪਰਮਿਟ ਮਿਲੇ। ਅਗਰ ਹਾਂ। 1 ਸਾਲ ਦਾ ਲੈ ਕੇ ਚੱਲੇ ਨੇ ਤੇ 1 ਸਾਲ ਦਾ ਫਿਰ- ਹੋਰ ਲੈਣਾ ਹੁੰਦਾ ਉੱਥੇ ਜਾ ਕੇ ਔਰ ਸਟੱਡੀ ਪਰਮਿਟ ਐਕਸਟੈਂਸ਼ਨ ਕਰਵਾਉਣਾ ਹੁੰਦਾ ਹੈ। ਓਕੇ ਲੇਕਿਨ 2 ਸਾਲ ਦੀ ਪੜ੍ਹਾਈ 3 ਸਾਲ ਦਾ ਵਰਕ ਪਰਮਿਟ ਤਾਂ ਕਿ PR ਸੌਖੀ ਹੋ ਜਾਏ। ਔਰ 2 ਸਾਲ ਦੀ ਪੜ੍ਹਾਈ ਦੇ ਵਿੱਚ ਜਿਹੜੇ 4-4 ਮਹੀਨੇ ਦੇ 4 ਸਮੈਸਟਰ ਹੁੰਦੇ ਨੇ ਔਰ 1 ਸਮੈਸਟਰ ਦੀ ਫੀਸ ਤਕਰੀਬਨ 5 ਲੱਖ। ਸੋ 10 ਲੱਖ ਜਿਹੜਾ 1 ਸਾਲ ਦੀ ਫੀਸ ਦੇ ਕੇ ਚੱਲੇ ਆ। ਬਾਅਦ ਦੇ ਵਿੱਚ ਸਾਲ ਬਾਅਦ ਜਿਹੜਾ ਹੈ 1 ਸਮੈਸਟਰ ਦੀ ਹੋਰ ਔਰ ਉਸ ਤੇ 4 ਮਹੀਨੇ ਬਾਅਦ 1 ਸਮੈਸਟਰ ਲਾਸਟ 4th ਸਮੈਸਟਰ ਦੀ ਹੋਰ। ਸੋ ਇਸ ਤਰ੍ਹਾਂ ਤਕਰੀਬਨ 20 ਲੱਖ ਟੋਟਲ ਫੀਸ ਜਿਹੜੀ ਹੈ ਪੇ ਕਰਨੀ ਹੈ ਸਟੂਡੈਂਟ ਨੇ ਜੀ। ਸੋ ਸਾਰੇ ਸਟੂਡੈਂਟਸ ਜੀ ਜਿਹੜੇ ਕੈਨੇਡਾ ਜਾਣ ਦੇ ਚਾਹਵਾਨ ਨੇ ਪਲੀਜ਼ 6 ਈਚ ਦੇ ਨਾਲ ਹੁਣ ਅਪਲਾਈ ਕਰਨ ਦੀ ਵਾਰੀ ਆ ਗਈ ਹੈ ਕਿ 6 ਈਚ ਤੋਂ ਘੱਟ ਲੈਣ ਦਾ ਕੋਈ ਫਾਇਦਾ ਨਹੀਂ ਮਿਲੇਗਾ ਸਾਡੇ ਸਟੂਡੈਂਟਸ ਨੂੰ। ਸੋ ਜਿਹੜੇ ਤਾਂ ਰਿਪੀਟ ਮੋਡ ਦੇ ਉੱਤੇ ਹੈਗੇ ਨੇ ਕਿ ਹਾਂਜੀ ਦੁਬਾਰਾ ਆਇਲਟਸ ਦੇਤੀ ਤਾਂ ਵੀ 5.5 ਤਾਂ ਤੁਹਾਡੇ ਕੋਲੇ ਆਪਸ਼ਨ ਕਿ ਤੁਸੀਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਬਾਰੇ ਸੋਚੋ ਤੇ ਉਹ ਵੀ ਚ ਤੁਹਾਡੇ ਕੋਲੇ ਪੁਰਾਣੇ ਫੰਡਸ ਹੈਗੇ ਨੇ। ਸੋ ਫਿਲਹਾਲ ਜੀ ਤੁਹਾਡੀ ਮਦਦ ਕਰਨਗੇ ਤੁਹਾਡੀ ਫਾਈਲਿੰਗ ਦੇ ਵਾਸਤੇ ਸਾਡੇ ਅੱਜ ਦੇ ਜਿਹੜੇ ਐਕਸਪਰਟ ਹੈਗੇ ਨੇ। ਸੋ ਪ੍ਰੋਪਰ ਵੈਲ ਟ੍ਰੇਨਡ ਟੀਮ ਹੈਗੀ ਹੈ ਪਾਇਨੀਅਰ ਇਮੀਗ੍ਰੇਸ਼ਨ ਦੀ ਜੋ ਤੁਹਾਡੀ ਮਦਦ ਕਰੇਗੀ ਤੁਹਾਡੀ ਕਾਉਂਸਲਿੰਗ ਦੇ ਵਿੱਚ। ਸੋ ਸੈਮੀਨਾਰ ਜੋ ਕਿ 17 ਤੋਂ ਲੈ ਕੇ 28 ਅਗਸਤ ਤੱਕ ਰਹਿਣਗੇ ਜੀ। ਮੋਗਾ ਤੋਂ ਸ਼ੁਰੂ ਹੁੰਦੇ ਹੋਏ ਯਾਨੀ ਹੌਲੀ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਅਖੀਰ ਇਹਨਾਂ ਸੈਮੀਨਾਰਸ ਦਾ ਹੋਏਗਾ। ਸੋ ਫਿਲਹਾਲ ਜੀ ਇਹਨਾਂ ਸੈਮੀਨਾਰਸ ਦੇ ਵਿੱਚ ਵੀ ਤੁਸੀਂ ਜ਼ਰੂਰ ਪਾਰਟਿਸਿਪੇਟ ਕਰ ਸਕਦੇ ਹੋ। ਆਪਣੇ ਡਾਕੂਮੈਂਟਸ ਲੈ ਕੇ ਜਾਓ ਜਿਨ੍ਹਾਂ ਦੇ ਰਿਜੈਕਸ਼ਨਸ ਆਈਆਂ ਨੇ ਉਹ ਵੀ। ਹਾਲਾਂਕਿ ਕੈਨੇਡਾ ਦੀ ਹਰ ਕੈਟਾਗਰੀ ਸੁਪਰ ਵੀਜ਼ਾ ਹੋ ਗਿਆ ਜਾਂ ਫਿਰ ਜਿੱਦਾਂ ਸਪਾਊਸ ਵੀਜ਼ਾ ਜਿਹੜਾ ਹੈ ਹਾਂਜੀ, ਔਰ ਹਾਂਜੀ। ਟੂਰਿਸਟ ਵੀਜ਼ਾ ਦੇ ਵੀ ਹਾਂ। ਬੜੇ ਅੱਛੇ ਸਕਸੈਸ ਰੇਟ। ਟੂਰਿਸਟ ਵੀਜ਼ਾ, ਸੁਪਰ ਵੀਜ਼ਾ ਔਰ ਸੁਪਰ ਵੀਜ਼ਾ ਵਾਸਤੇ ਇੱਕ ਜਿਹੜੀ ਨਵੀਂ ਗੱਲ ਦੇਖੀ ਕਿ ਕੁਝ ਲੋਕ ਜਿਹੜੇ ਨੇ ਜਿਸ ਤਰ੍ਹਾਂ ਇਹ 1 ਲੱਖ ਕੈਨੇਡੀਅਨ ਡਾਲਰ ਦੀ ਮੈਡੀਕਲ ਇੰਸ਼ੋਰੈਂਸ ਕਰਵਾ ਕੇ ਆਪਾਂ ਫਾਈਲ ਦੇ ਨਾਲ ਲਗਾਉਣੀ ਹੁੰਦੀ ਹੈ। ਠੀਕ ਹੈ। ਸੋ ਪਹਿਲਾਂ ਜਿਹੜੇ ਬੜੇ ਸਾਰੇ ਅਸੀਂ ਕੇਸ ਲਾਏ ਕਿ ਜਿਸ ਦੇ ਵਿੱਚ ਜਿਹੜੇ ਕੈਂਡੀਡੇਟ ਹੁੰਦੇ ਸੀਗੇ ਉਹ 2000 ਮੰਨ ਲਓ ਉਹਨਾਂ ਦੀ ਫੀਸ ਹੈਗੀ ਹੈ ਜਿਹੜੀ 1 ਲੱਖ ਕੈਨੇਡੀਅਨ ਡਾਲਰ ਦੀ ਮੈਡੀਕਲ ਇੰਸ਼ੋਰੈਂਸ ਦੀ, ਉਸ ਨੂੰ ਮੰਥਲੀ ਇੰਸਟਾਲਮੈਂਟਸ 10 ਮੰਥਲੀ ਇੰਸਟਾਲਮੈਂਟਸ ਦੇ ਵਿੱਚ ਪੇ ਕਰਨੀ ਕਰ ਲਈ ਔਰ $200 ਪੇ ਕਰਕੇ ਜਿਹੜੀ ਆ ਉਹ ਜਿਹੜੀ ਹੈ ਇੰਸ਼ੋਰੈਂਸ ਲੈ ਲਈ। ਤੇ ਉਸ ਦੇ ਵਿੱਚ ਹੁਣ ਆਬਜੈਕਸ਼ਨ ਐਮਬੈਸੀ ਕਰਦੀ ਪਈ ਹੈ ਕਿ ਫੁੱਲ ਮੈਡੀਕਲ ਇੰਸ਼ੋਰੈਂਸ ਪੇਡ ਹੋਣਾ ਚਾਹੀਦਾ। ਸੋ $2000 ਪੇ ਕਰਕੇ ਮੈਡੀਕਲ ਇੰਸ਼ੋਰੈਂਸ ਲੈਣੀ ਹੈਗੀ ਆ, ਉਹੀ ਤੁਸੀਂ ਫਾਈਲ ਦੇ ਨਾਲ ਲਾਣੀ ਹੈ। ਟੇਕ ਕੇਅਰ ਆਫ ਦਿਸ। ਲੇਕਿਨ ਸੁਪਰ ਵੀਜ਼ਾ ਸਪਾਊਸ ਵੀਜ਼ਾ ਦੇ ਵੀ ਬਹੁਤ ਅੱਛੇ ਸਕਸੈਸ ਰੇਟ ਤਕਰੀਬਨ 3 ਤੋਂ 6 ਮਹੀਨੇ ਦੀ 4-5 ਮਹੀਨੇ ਇਸ ਤਰ੍ਹਾਂ ਕਿਸੇ ਫਾਈਲ ਨੂੰ 3 ਮਹੀਨੇ ਤੋਂ 6 ਮਹੀਨੇ ਤੱਕ ਦਾ ਪ੍ਰੋਸੈਸਿੰਗ ਪੀਰੀਅਡ ਲੇਕਿਨ ਸਕਸੈਸ ਰੇਟ ਵੈਰੀ ਗੁੱਡ। ਵੈਲਕਮ ਜੀ। ਸੋ ਬਹੁਤ ਸ਼ੁਕਰੀਆ, ਧੰਨਵਾਦ ਜੀ ਇੱਥੇ ਆਉਣ ਦੇ ਵਾਸਤੇ। ਸੋ ਬਾਕੀ ਦੀ ਇਨਫੋਰਮੇਸ਼ਨ ਜੀ ਅਗਰ ਕੁਝ ਵੀ ਲੇਟੈਸਟ ਜਿੱਦਾਂ ਹੀ ਕੋਈ ਆਂਦੀ ਹੈ ਆਈ ਐਮ ਸ਼ੋਰ ਕਿ ਦੇਸ਼ ਪਰਦੇਸ ਲਾਈਵ ਦਾ ਇਹ ਮੰਚ ਤੁਹਾਡੇ ਤੱਕ ਜ਼ਰੂਰ ਪਹੁੰਚਾਏਗਾ ਜੀ। ਸੋ ਇਸ ਕਰਕੇ ਤੁਸੀਂ ਸਾਡਾ YouTube ਚੈਨਲ ਹੈ ਉਹਨੂੰ ਵੀ ਸਬਸਕ੍ਰਾਈਬ ਕਰ ਲਓ। ਅਗਰ TV ਤੇ ਸ਼ੋਅ ਦੇਖਣਾ ਮਿਸ ਹੋ ਜਾਂਦਾ, ਭੁੱਲ ਜਾਂਦੇ ਹੋ ਤਾਂ ਤੁਸੀਂ ਸਾਡੇ YouTube ਚੈਨਲ ਦੇ ਉੱਪਰ ਵੀ ਦੇਖ ਸਕਦੇ ਹੋ। ਸੋ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਜੀ ਡਾਕਟਰ ਰਵੀ ਗਰਗ CICC ਮੈਂਬਰ ਜਿਨ੍ਹਾਂ ਨੇ ਅੱਜ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ। ਐਂਡ ਫਿਲਹਾਲ ਹੁਣ ਤੁਸੀਂ ਆਪਣਾ ਖਿਆਲ ਰੱਖੋ। ਜਿਨ੍ਹਾਂ ਨੇ ਵੀ ਅਪਲਾਈ ਕਰਨਾ ਪਲੀਜ਼ ਦੇਰੀ ਨਾ ਕਰੋ ਤੇ ਇਹਨਾਂ ਸੈਮੀਨਾਰਸ ਦਾ ਹਿੱਸਾ ਬਣ ਕੇ ਜੀ ਹੋਰ ਇਨਫੋਰਮੇਸ਼ਨ ਲੈ ਕੇ ਨਾਲ ਦੇ ਨਾਲ ਅਪਲਾਈ ਜ਼ਰੂਰ ਕਰ ਸਕਦੇ ਹੋ। ਆਪਣਾ ਖਿਆਲ ਰੱਖੋ। ਨੈਕਸਟ ਟਾਈਮ ਮੁਲਾਕਾਤ ਕਰਦੇ ਹਾਂ। ਧੰਨਵਾਦ।